ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨ ਹੈ। ਮੈਂ ਤੁਹਾਨੂੰ ਆਪਣੀ ਇੱਕ ਅਜਿਹੀ ਕਹਾਣੀ ਦੱਸਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਜਿਸ 'ਤੇ ਮੈਂ ਵੀ ਵਿਸ਼ਵਾਸ ਨਹੀਂ ਕਰ ਸਕਦੀ, ਪਰ ਮੇਰੇ ਨਾਲ ਜੋ ਵੀ ਹੋਇਆ ਉਸ 'ਤੇ ਵਿਸ਼ਵਾਸ ਕਰਨਾ ਮੇਰੇ ਲਈ ਜ਼ਰੂਰੀ ਹੋ ਗਿਆ ਸੀ। ਪਰ ਮੈਂ ਸੱਚਾਈ ਜਾਣਨਾ ਚਾਹੁੰਦੀ ਸੀ। ਮੈਂ ਬਹੁਤ ਸੋਹਣੀ ਸੀ, ਪਰ ਮੇਰੀ ਕਿਸਮਤ ਇੰਨੀ ਸੋਹਣੀ ਨਹੀਂ ਸੀ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਹਾਂ। ਮੇਰੇ ਵਿਆਹ ਦੀ ਉਮਰ ਹੋ ਗਈ। ਮੇਰੇ ਪਾਪਾ ਨੇ ਮੇਰੇ ਲਈ ਰਿਸ਼ਤਾ ਲੱਭ ਰਹੇ ਸਨ। ਇੱਕ ਦਿਨ ਮੈਂ ਆਪਣੀ ਸਹੇਲੀ ਕਿਰਨ ਦੇ ਘਰ ਬੈਠੀ ਸੀ। ਮੇਰੀ ਮਾਂ ਮੈਨੂੰ ਹਰ ਪਾਸੇ ਇਸ ਤਰ੍ਹਾਂ ਲੱਭ ਰਹੀ ਸੀ ਜਿਵੇਂ ਮੈਂ ਕਿਤੇ ਗਵਾਚ ਗਈ ਹਾਂ। ਮੈਂ ਜਵਾਨ ਹੋ ਗਈ ਸੀ, ਪਰ ਮੇਰੀ ਮਾਂ ਮੇਰੀ ਦੇਖਭਾਲ ਛੋਟੇ ਬੱਚੇ ਵਾਂਗ ਹੀ ਕਰਦੀ ਸੀ। ਮੇਰੀ ਮਾਂ ਮੇਰੀ ਸਹੇਲੀ ਦੇ ਘਰ ਆਈ ਅਤੇ ਕਹਿਣ ਲੱਗੀ, ਤੂੰ ਇੱਥੇ ਬੈਠੀ ਆ, ਘਰ ਚੱਲ ਜਲਦੀ, ਤੈਨੂੰ ਵੇਖਣ ਲਈ ਰਿਸ਼ਤੇ ਵਾਲੇ ਆਏ ਹਨ। ਅਤੇ ਤੇਰਾ ਮੋਬਾਈਲ ਕਿੱਥੇ ਆ? ਅਸੀਂ ਤੈਨੂੰ ਇੰਨੇ ਸਮੇਂ ਤੋਂ ਕਾਲ ਕਰ ਰਹੇ ਹਾਂ, ਪਰ ਤੇਰਾ ਫੋਨ ਬੰਦ ਆ ਰਿਹਾ। ਤੂੰ ਆਪਣਾ ਫੋਨ ਕਿਉਂ ਬੰਦ ਕਰ ਲਿਆ? ਮੈਂ ਕਿਹਾ, ਮਾਂ, ਮੇਰੇ ਫ਼ੋਨ ਦੀ ਬੈਟਰੀ ਖਤਮ ਹੋ ਗਈ ਹੋਵੇਗੀ, ਸ਼ਾਇਦ ਇਸ ਲਈ ਬੰਦ ਹੋ ਗਿਆ ਹੋਵੇਗਾ। ਮੈਂ ਆਪਣੇ ਘਰ ਜਾਣ ਲਈ ਤਿਆਰ ਹੋ ਗਈ। ਫਿਰ ਮੇਰੀ ਦੋਸਤ ਕਿਰਨ ਵੀ ਮੇਰੇ ਨਾਲ ਜਾਣ ਲੱਗੀ। ਘਰ ਪਹੁੰਚਦਿਆਂ ਹੀ ਮੈਂ ਝੱਟ ਥੋੜ੍ਹਾ ਜਿਹਾ ਮੇਕਅਪ ਕੀਤਾ ਅਤੇ ਹੱਥ ਵਿੱਚ ਚਾਹ ਦੀ ਟਰੇ ਲੈ ਕੇ ਮੁੰਡੇ ਵਾਲਿਆਂ ਦੇ ਸਾਹਮਣੇ ਚਲੀ ਗਈ। ਉਹ ਲੋਕ ਮੈਨੂੰ ਵੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਕਿਹਾ ਕਿ ਉਹ ਬਹੁਤ ਪਿਆਰੀ ਲੜਕੀ ਆ, ਸਾਨੂੰ ਤੁਹਾਡੀ ਲੜਕੀ ਬਹੁਤ ਪਸੰਦ ਆ। ਅਸੀਂ ਆਪਣੇ ਭਰਾ ਲਈ ਅਜਿਹੀ ਕੁੜੀ ਲੱਭ ਰਹੇ ਸੀ। ਉਹਨਾਂ ਨੇ ਕਿਹਾ ਕਿ ਉਸਦੇ ਮਾਂ-ਬਾਪ ਨਹੀਂ ਹਨ, ਮਤਲਬ ਮੁੰਡੇ ਦੀਆਂ 2 ਭੈਣਾਂ ਹੀ ਵੇਖਣ ਆਈਆਂ ਸੀ। ਉਹ 2 ਭੈਣਾਂ ਸਨ ਅਤੇ ਦੋਵੇਂ ਹੀ ਵਿਆਹੀਆਂ ਹੋਈਆਂ ਸੀ, ਇਸ ਲਈ ਉਹ ਆਪਣੇ ਭਰਾ ਲਈ ਸੋਹਣੀ ਕੁੜੀ ਲੱਭ ਰਹੀਆਂ ਸੀ। ਅਤੇ ਕਿਹਾ ਕਿ ਸਾਡੇ ਭਰਾ ਦਾ ਘਰ ਵੀ ਵੱਖਰਾ। ਇਹ ਰਿਸ਼ਤਾ ਬਹੁਤ ਵਧੀਆ ਸੀ। ਮੁੰਡਾ ਬਹੁਤ ਸੋਹਣਾ ਤਾਂ ਨਹੀਂ, ਪਰ ਰਿਸ਼ਤੇ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਸੀ। ਮੁੰਡਾ ਇੰਨਾ ਮਾੜਾ ਵੀ ਨਹੀਂ ਸੀ, ਬਸ ਰੰਗ ਦਾ ਥੋੜ੍ਹਾ ਜਿਹਾ ਕਾਲਾ ਸੀ। ਮੇਰੀ ਮਾਂ ਨੇ ਤਾਂ ਉਸ ਰਿਸ਼ਤੇ ਲਈ ਤੁਰੰਤ ਹਾਂ ਕਰ ਦਿੱਤੀ। ਉਸ ਮੁੰਡੇ ਦੀਆਂ ਭੈਣ ਦੀ ਇੱਕ ਹੀ ਸ਼ਰਤ ਸੀ ਕਿ ਵਿਆਹ ਜਲਦੀ ਤੋਂ ਜਲਦੀ ਹੋ ਜਾਵੇ, ਕਿਉਂਕਿ ਦੋਵੇਂ ਭੈਣਾਂ ਆਪੋ ਆਪਣੇ ਸਹੁਰੇ ਘਰ ਰਹਿੰਦੀਆਂ ਹਨ ਅਤੇ ਉਹਨਾਂ ਕੋਲ ਆਪਣੇ ਮਾਪਿਆਂ ਦੇ ਘਰ ਰਹਿਣ ਲਈ ਵੀ ਸਮਾਂ ਨਹੀਂ ਆ। ਇੱਕ ਭੈਣ ਸ਼ਹਿਰ ਤੋਂ ਬਾਹਰ ਰਹਿੰਦੀ ਸੀ, ਪਰ ਉਹ ਕੁਝ ਦਿਨਾਂ ਲਈ ਆਪਣੇ ਭਰਾ ਲਈ ਕੁੜੀ ਲੱਭਣ ਆਈ ਹੋਈ ਸੀ। ਮੇਰੀ ਮਾਂ ਨੇ ਕਿਹਾ ਕਿ ਰਿਸ਼ਤਾ ਹੱਥੋਂ ਨਿਕਲ ਜਾਵੇਗਾ, ਇਕੱਲਾ ਘਰ ਆ, ਮੁੰਡਾ ਵੀ ਪੜ੍ਹਿਆ ਲਿਖਿਆ ਅਤੇ ਅਮੀਰ ਆ। ਸਭ ਤੋਂ ਚੰਗੀ ਗੱਲ ਇਹ ਸੀ ਕਿ ਮੁੰਡੇ ਦਾ ਘਰ ਮੇਰੇ ਘਰ ਦੇ ਬਿਲਕੁਲ ਨੇੜੇ ਸੀ। ਇਹ ਗੱਲ ਸਾਨੂੰ ਵੀ ਪਤਾ ਸੀ। ਇਸ ਘਰ 'ਚ ਇੱਕ ਲੜਕਾ ਰਹਿੰਦਾ ਹੈ ਜੋ ਇਕੱਲਾ ਰਹਿੰਦਾ, ਉਸ ਦੀ ਕੋਈ ਮਾਪੇ ਵੀ ਨਹੀਂ ਸਨ ਅਤੇ ਉਸ ਘਰ ਵਿੱਚ ਕਦੇ ਕੋਈ ਔਰਤ ਵੀ ਨਹੀਂ ਦੇਖੀ। ਇਸ ਕਰਕੇ ਕੋਈ ਉਹਨਾਂ ਦੇ ਆਉਂਦਾ ਜਾਂਦਾ ਵੀ ਨਹੀਂ ਸੀ ਅਤੇ ਸਾਡੀ ਕਦੇ ਬਹੁਤੀ ਗੱਲਬਾਤ ਵੀ ਨਹੀਂ ਹੋਈ ਸੀ। ਮੈਨੂੰ ਕੀ ਪਤਾ ਸੀ ਕਿ ਇਸ ਘਰ ਤੋਂ ਮੇਰੇ ਲਈ ਕੋਈ ਰਿਸ਼ਤਾ ਆਵੇਗਾ। ਜਿਸ ਮੁੰਡੇ ਨਾਲ ਮੈਂ ਵਿਆਹ ਕਰਨ ਜਾ ਰਹੀ ਸੀ ਉਸ ਦਾ ਨਾਮ ਅਮਨ ਸੀ। ਮੈਂ ਸੁਣਿਆ ਸੀ ਕਿ ਮੈਂ ਜਿਸ ਮੁੰਡੇ ਨਾਲ ਵਿਆਹ ਕਰਨ ਜਾ ਰਹੀ ਹਾਂ ਉਹ ਬਹੁਤ ਵਧੀਆ ਅਤੇ ਮਿਹਨਤੀ ਮੁੰਡਾ ਆ। ਕੁਝ ਦਿਨਾਂ ਬਾਅਦ ਮੇਰਾ ਵਿਆਹ ਹੋ ਗਿਆ ਅਤੇ ਮੈਂ ਵਿਆਹ ਕਰਵਾ ਕੇ ਆਪਣੇ ਗੁਆਂਢ ਵਿੱਚ ਚਲੀ ਗਈ। ਜਦੋਂ ਮੇਰਾ ਦਿਲ ਕਰਦਾ ਮੈਂ ਆਪਣੇ ਪੇਕੇ ਘਰ ਆ ਜਾਂਦੀ। ਮੇਰੇ ਪਤੀ ਨੇ ਕਦੀ ਮੇਰੇ 'ਤੇ ਕੋਈ ਪਾਬੰਦੀ ਨਹੀਂ ਲਗਾਈ ਸੀ ਅਤੇ ਮੇਰੀਆਂ ਦੋਵੇਂ ਨਣਦਾਂ ਆਪਣੇ ਭਰਾ ਦਾ ਵਿਆਹ ਕਰਵਾ ਕੇ ਆਪੋ ਆਪਣੇ ਘਰਾਂ ਵਿੱਚ ਚਲੀਆਂ ਗਈਆਂ। ਉਹ ਦੋਵੇਂ ਆਪਣੇ ਪੇਕੇ ਘਰ ਬਹੁਤ ਘੱਟ ਆਉਂਦੀਆਂ ਸੀ। ਮੈਂ ਆਪਣੇ ਸਹੁਰੇ ਘਰ ਵਿੱਚ ਬਹੁਤ ਖੁਸ਼ ਸੀ ਅਤੇ ਮੈਂ ਆਪਣੇ ਘਰ ਅਤੇ ਆਪਣੇ ਪਤੀ ਬਾਰੇ ਸਭ ਨੂੰ ਬਹੁਤ ਖੁਸ਼ੀ ਨਾਲ ਦੱਸਦੀ ਸੀ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਇਹ ਹਰ ਕਿਸੇ ਨੂੰ ਨਹੀਂ ਦੱਸਦੇ ਕਿਉਂਕਿ ਨਜ਼ਰ ਲੱਗ ਜਾਂਦੀ ਆ ਅਤੇ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ ਜਿਸ ਦੇ ਨਾ ਕੋਈ ਸੱਸ ਹੈ ਅਤੇ ਨਾ ਕੋਈ ਸਹੁਰਾ, ਨਾ ਜੇਠ ਅਤੇ ਨਾਲ ਬਸ ਇੱਕ ਵੱਡਾ ਘਰ ਅਤੇ ਇੱਕ ਪਿਆਰ ਕਰਨ ਵਾਲਾ ਪਤੀ, ਜੋ ਹਰ ਕੁੜੀ ਦੀ ਇੱਛਾ ਹੁੰਦੀ ਆ। ਪਰ ਮੇਰੇ ਮੂੰਹੋਂ ਹਮੇਸ਼ਾ ਇਹ ਗੱਲ ਨਿਕਲਦੀ ਕਿ ਮੈਂ ਆਪਣੇ ਸਹੁਰਿਆਂ ਤੋਂ ਬਹੁਤ ਖੁਸ਼ ਹਾਂ, ਮੇਰਾ ਪਤੀ ਬਹੁਤ ਚੰਗਾ ਅਤੇ ਮੈਂ ਵਿਆਹ ਤੋਂ ਬਾਅਦ ਬਹੁਤ ਖੁਸ਼ ਸੀ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮੈਂ ਅੱਜ ਸ਼ਾਮ ਨੂੰ ਤੈਨੂੰ ਖਰੀਦਦਾਰੀ ਕਰਨ ਲਈ ਲੈ ਕੇ ਜਾਵਾਂਗਾ। ਮੈਂ ਸੋਚਿਆ ਉਹ ਤਾਂ ਮੇਰੇ ਲਈ ਬਹੁਤ ਕੁਝ ਕਰਦਾ, ਇਸ ਲਈ ਮੈਨੂੰ ਵੀ ਅੱਜ ਸ਼ਾਮ ਨੂੰ ਆਪਣੇ ਹੱਥਾਂ ਨਾਲ ਉਸ ਲਈ ਬਹੁਤ ਵਧੀਆ ਖਾਣਾ ਬਣਾਉਣਾ ਚਾਹੀਦਾ ਹੈ। ਜਦ ਕਿ ਮੇਰੇ ਘਰ ਦਾ ਖਾਣਾ ਮੇਰੇ ਨੌਕਰ ਬਣਾ ਕੇ ਰੱਖਦੇ ਸੀ। ਪਤਨੀ ਆਪਣੇ ਪਤੀ ਲਈ ਕੀ ਕਰ ਸਕਦੀ ਹੈ? ਜਾਂ ਤਾਂ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਅਤੇ ਜਾਂ ਉਸ ਦੇ ਲਈ ਉਸ ਦੀ ਪਸੰਦ ਦਾ ਖਾਣਾ ਬਣਾਵੇ ਅਤੇ ਉਸ ਦੀ ਹਰ ਗੱਲ ਮੰਨ ਲਵੇ। ਮੈਂ ਵੀ ਇਹ ਸਭ ਕਰਦੀ ਸੀ। ਮੈਂ ਆਪਣੇ ਪਤੀ ਦੀ ਪਸੰਦ ਦਾ ਖਾਣਾ ਬਣਾਇਆ ਸੀ। ਉਹ ਘਰ ਆਏ ਅਤੇ ਬਹੁਤ ਖੁਸ਼ ਸੀ। ਉਸ ਨੇ ਮੈਨੂੰ ਕਿਹਾ ਕਿ ਸ਼ਾਮ ਨੂੰ ਮੈਂ ਤੈਨੂੰ ਸ਼ਾਪਿੰਗ ਕਰਵਾ ਕੇ ਲਿਆਵਾਂਗਾ ਅਤੇ ਉਸਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਵੀ ਬਾਹਰ ਖਾਵਾਂਗੇ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਤੁਹਾਡੀ ਪਸੰਦ ਦਾ ਖਾਣਾ ਤਿਆਰ ਕੀਤਾ, ਇਸ ਲਈ ਅਸੀਂ ਖਾਣਾ ਘਰ ਹੀ ਖਾਵਾਂਗੇ। ਇਹ ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਏ ਅਤੇ ਅਸੀਂ ਖਾਣਾ ਖਾਣ ਬੈਠ ਗਏ। ਪਰ ਜਿਵੇਂ ਹੀ ਅਸੀਂ ਖਾਣਾ ਖਤਮ ਕੀਤਾ, ਅਚਾਨਕ ਅਮਨ ਨੂੰ ਪਤਾ ਨਹੀਂ ਕੀ ਹੋ ਗਿਆ ਅਤੇ ਉਹ ਇੱਕ ਪਾਸੇ ਡਿੱਗ ਗਏ। ਮੈਂ ਸੋਚਿਆ ਕਿ ਉਹ ਮੇਰੇ ਨਾਲ ਮਜ਼ਾਕ ਕਰ ਰਹੇ ਸਨ ਜਾਂ ਐਕਟਿੰਗ ਕਰ ਰਹੇ ਹਨ, ਪਰ ਜਦੋਂ ਮੈਂ ਜਾਂਚ ਕੀਤੀ ਤਾਂ ਉਹ ਬੇਹੋਸ਼ ਹੋ ਗਿਆ ਸੀ।
ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਅਮਨ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਹੋਸ਼ ਨਹੀਂ ਆਇਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਮੈਂ ਆਪਣੇ ਘਰ ਵੱਲ ਭੱਜੀ। ਮੈਂ ਵੇਖਿਆ ਕਿ ਮੇਰੇ ਘਰ ਕੋਈ ਨਹੀਂ ਸੀ, ਤਾਲਾ ਲੱਗਿਆ ਹੋਇਆ ਸੀ। ਮੈਂ ਤੁਰੰਤ ਐਂਬੂਲੈਂਸ ਬੁਲਾਈ ਤੇ ਆਪਣੇ ਪਤੀ ਨੂੰ ਹਸਪਤਾਲ ਲੈ ਗਈ। ਜਦੋਂ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਡਾਕਟਰ ਨੇ ਮੇਰੇ ਵੱਲ ਬਹੁਤ ਅਜੀਬ ਜਿਹੀ ਨਜ਼ਰ ਨਾਲ ਵੇਖਿਆ। ਮੈਂ ਡਾਕਟਰ ਨੂੰ ਸਾਰੀ ਗੱਲ ਦੱਸੀ ਕਿ ਅਮਨ ਬਿਲਕੁਲ ਠੀਕ ਸੀ ਤੇ ਅਸੀਂ ਬੈਠ ਕੇ ਖਾਣਾ ਖਾ ਰਹੇ ਸੀ। ਪਤਾ ਨਹੀਂ ਅਚਾਨਕ ਉਸ ਨੂੰ ਕੀ ਹੋ ਗਿਆ ਤੇ ਉਹ ਬੇਹੋਸ਼ ਹੋ ਗਿਆ। ਉਹ ਨਵੇਂ ਡਾਕਟਰ ਸੀ। ਉਸਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ। ਉਸਨੇ ਕਿਹਾ ਕਿ ਉਹ ਮੇਰੇ ਪਤੀ ਨੂੰ ਜਾਣਦੇ ਹਨ। ਕਹਿਣ ਲੱਗੇ ਕਿ ਇਹ ਤਾਂ ਮੇਰੇ ਭਰਾ ਦਾ ਦੋਸਤ ਆ। ਮੈਂ ਕਿਹਾ ਦੇਖੋ, ਮੈਨੂੰ ਨਹੀਂ ਪਤਾ ਕਿ ਮੇਰੇ ਪਤੀ ਨੂੰ ਕੀ ਹੋ ਗਿਆ, ਕਿਰਪਾ ਕਰਕੇ ਇਸ ਨੂੰ ਠੀਕ ਕਰ ਦਿਓ। ਡਾਕਟਰ ਅਮਨ ਨੂੰ ਅੰਦਰ ਲੈ ਗਏ ਤੇ ਮੈਂ ਬਹੁਤ ਚਿੰਤਿਤ ਵਿੱਚ ਸੀ। ਮੇਰੇ ਬਾਹਰ ਬੈਠੀ ਦੇ ਹੱਥ ਪੈਰ ਕੰਬ ਰਹੇ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ। ਡਾਕਟਰ ਬਾਹਰ ਆਇਆ। ਮੈਂ ਇੱਕਦਮ ਉੱਠ ਕੇ ਉਸ ਕੋਲ ਜਾ ਕੇ ਪੁੱਛਿਆ, ਡਾਕਟਰ ਜੀ ਮੇਰੇ ਪਤੀ ਨੂੰ ਕੀ ਹੋ ਗਿਆ ਹੈ? ਉਸਨੇ ਮੈਨੂੰ ਦੱਸਿਆ ਕਿ ਤੇਰੇ ਪਤੀ ਨੂੰ ਦਿਲ ਦਾ ਦੌਰਾ ਪਿਆ ਤੇ ਹੁਣ ਉਸਦੇ ਆਖਰੀ ਸਾਹ ਚੱਲ ਰਹੇ ਹਨ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਡਾਕਟਰ ਨੇ ਕਿਹਾ, ਤੁਸੀਂ ਆਪਣੇ ਪਤੀ ਨੂੰ ਮਿਲ ਸਕਦੇ ਹੋ ਪਰ ਅਸੀਂ ਕਿਸੇ ਨੂੰ ਅਜਿਹੇ ਮਰੀਜ਼ ਨੂੰ ਮਿਲਣ ਨਹੀਂ ਦਿੰਦੇ। ਪਰ ਤੁਹਾਡਾ ਪਤੀ ਮੇਰੇ ਭਰਾ ਦਾ ਦੋਸਤ ਆ, ਇਸ ਲਈ ਅਸੀਂ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਰਹੇ ਹਾਂ। ਉਹ ਡਾਕਟਰ ਬਹੁਤ ਚੰਗਾ ਸੀ। ਉਸਦਾ ਨਾਮ ਕਰਨ ਸੀ। ਉਹ ਸ਼ਾਇਦ ਇਸ ਹਸਪਤਾਲ ਵਿੱਚ ਨਵਾਂ ਡਾਕਟਰ ਸੀ। ਉਹ ਡਾਕਟਰ ਬਹੁਤ ਘੱਟ ਉਮਰ ਦਾ ਅਤੇ ਜਵਾਨ ਸੀ। ਮੈਂ ਉਸਦਾ ਧੰਨਵਾਦ ਕੀਤਾ ਤੇ ਅੰਦਰ ਚਲੀ ਗਈ। ਪਰ ਅੰਦਰ ਜਾ ਕੇ ਪਤਾ ਲੱਗਾ ਕਿ ਮੇਰੇ ਪਤੀ ਇਸ ਦੁਨੀਆ ਵਿੱਚ ਨਹੀਂ ਰਹੇ। ਸ਼ਾਇਦ ਮੈਂ ਲੇਟ ਹੋ ਗਈ ਸੀ। ਮੈਂ ਰੋ ਰਹੀ ਸੀ। ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ। ਮੇਰੇ ਪਤੀ ਦੇ ਸੰਸਕਾਰ ਤੋਂ ਬਾਅਦ ਮੇਰੇ ਮਾਤਾ ਪਿਤਾ ਵੀ ਮੇਰੇ ਘਰ ਸਨ ਅਤੇ ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ। ਰੋਂਦੇ ਰੋਂਦੇ ਮੈਨੂੰ ਨੀਂਦ ਆ ਗਈ। ਜਦੋਂ ਮੇਰਾ ਪਤੀ ਮੇਰੇ ਸੁਪਨੇ ਵਿੱਚ ਆਇਆ, ਉਸਨੇ ਆ ਕੇ ਮੇਰਾ ਹੱਥ ਫੜਿਆ, ਮੇਰੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਤੇ ਕਿਹਾ ਕਿ ਰੋਣ ਦੀ ਕੋਈ ਲੋੜ ਨਹੀਂ। ਮੈਂ ਤੈਨੂੰ ਰੋਂਦੇ ਹੋਏ ਨਹੀਂ ਦੇਖ ਸਕਦਾ। ਮੈਂ ਚਾਹੁੰਦਾ ਹਾਂ ਕਿ ਤੂੰ ਪਹਿਲਾਂ ਵਾਂਗ ਖੁਸ਼ ਰਹੇ ਅਤੇ ਤੈਨੂੰ ਆਪਣੇ ਮਾਪਿਆਂ ਦੇ ਘਰ ਰਹਿਣ ਦੀ ਕੋਈ ਲੋੜ ਨਹੀਂ। ਤੂੰ ਆਪਣੇ ਘਰ ਜਾ ਕੇ ਰਹਿ ਜਿੱਥੇ ਤੂੰ ਤੇ ਮੈਂ ਇਕੱਠੇ ਰਹਿੰਦੇ ਸੀ। ਖੁਸ਼ੀ ਨਾਲ ਰਹਿ, ਚਿੰਤਾ ਨਾ ਕਰ, ਸਭ ਕੁਝ ਠੀਕ ਹੋਵੇ ਜਾਵੇਗਾ। ਮੈਂ ਕਿਹਾ, ਅਮਨ ਤੇਰੇ ਬਿਨਾਂ ਕੁਝ ਠੀਕ ਨਹੀਂ ਹੋਵੇਗਾ। ਮੈਂ ਤੈਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਤੇ ਤੇਰੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਮੈਨੂੰ ਤੇਰੇ ਨਾਲ ਪਿਆਰ ਸੀ। ਮੈਂ ਸਾਰੀ ਉਮਰ ਤੇਰੇ ਨਾਲ ਲੰਘਾਉਣਾ ਚਾਹੁੰਦੀ ਸੀ ਤੇ ਸਾਡੇ ਵਿਆਹ ਨੂੰ 4 ਮਹੀਨੇ ਹੀ ਹੋਏ ਸਨ ਅਤੇ ਤੂੰ ਮੈਨੂੰ ਛੱਡ ਕੇ ਚਲਿਆ ਗਿਆ। ਤੇਰੇ ਬਿਨਾਂ ਮੈਂ ਇੱਥੇ ਇਕੱਲੀ ਕਿਵੇਂ ਰਹਾਂਗੀ? ਅਮਨ ਨੇ ਕਿਹਾ। ਕਿਸ ਨੇ ਕਿਹਾ ਕਿ ਮੈਂ ਤੈਨੂੰ ਛੱਡ ਕੇ ਗਿਆ ਹਾਂ? ਮੈਂ ਤੈਨੂੰ ਬਿਲਕੁਲ ਨਹੀਂ ਛੱਡਿਆ। ਮੈਂ ਇੱਥੇ ਹੀ ਤੇਰੇ ਨਾਲ ਆ। ਮੈਂ ਤੇਰੇ ਹਮੇਸ਼ਾ ਨਾਲ ਹੀ ਰਹਾਂਗਾ। ਪਰ ਇਹ ਯਾਦ ਰੱਖ ਕਿ ਜਦੋਂ ਚਾਹੇ ਮੈਨੂੰ ਮਿਲ। ਤੈਨੂੰ ਮਿਲਣ ਲਈ ਤੈਨੂੰ ਆਪਣੇ ਘਰ ਜਾਣਾ ਪਵੇਗਾ। ਉੱਥੇ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ। ਮੇਰੇ ਸੁਪਨੇ ਵਿੱਚ ਮੈਂ ਆਪਣੇ ਪਤੀ ਦਾ ਹੱਥ ਫੜਿਆ ਤੇ ਕਿਹਾ, ਅਮਨ ਕਿਰਪਾ ਕਰਕੇ ਮੈਨੂੰ ਇਕੱਲਾ ਨਾ ਛੱਡ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਅਚਾਨਕ ਮੇਰੀ ਅੱਖ ਖੁੱਲ੍ਹੀ ਤੇ ਮੈਂ ਦੇਖਿਆ ਕਿ ਮੇਰੇ ਆਸ-ਪਾਸ ਕੋਈ ਨਹੀਂ ਸੀ। ਮੈਂ ਆਪਣਾ ਸੁਪਨਾ ਯਾਦ ਕਰਕੇ ਬਹੁਤ ਰੋਣ ਲੱਗ ਪਈ। ਕਾਸ਼ ਇਹ ਸੁਪਨਾ ਸੱਚ ਹੁੰਦਾ ਤੇ ਅਮਨ ਮੇਰੇ ਸਾਹਮਣੇ ਹੁੰਦਾ। ਮੇਰੇ ਪਤੀ ਦੀ ਮੌਤ ਨੂੰ 15 ਦਿਨ ਹੋ ਗਏ ਸਨ। ਇਸ ਦੌਰਾਨ ਮੇਰੀ ਸਹੇਲੀ ਕਿਰਨ ਵੀ ਕਈ ਵਾਰ ਮੈਨੂੰ ਮਿਲਣ ਆਈ। ਉਹ ਵਿਚਾਰੀ ਕੁੜੀ ਮੇਰੇ ਕੋਲ ਆਈ ਤੇ ਮੈਨੂੰ ਦਿਲਾਸਾ ਦੇਣ ਲੱਗੀ ਤੇ ਕਹਿਣ ਲੱਗੀ ਕਿ ਇੰਨਾ ਨਾ ਰੋ, ਤੇਰੀ ਸਿਹਤ ਖਰਾਬ ਹੋ ਜਾਵੇਗੀ। ਮੈਂ ਕਿਰਨ ਨੂੰ ਜੱਫੀ ਪਾ ਕੇ ਬਹੁਤ ਰੋਈ। ਮੈਂ ਆਪਣੇ ਸੁਪਨੇ ਬਾਰੇ ਸਿਰਫ ਕਿਰਨ ਨੂੰ ਹੀ ਦੱਸਿਆ ਸੀ। ਜਦੋਂ ਕਿਰਨ ਨੂੰ ਮੈਂ ਆਪਣਾ ਸੁਪਨਾ ਸੁਣਾਇਆ ਤਾਂ ਉਸ ਨੂੰ ਮੇਰੇ ਸੁਪਨੇ 'ਤੇ ਯਕੀਨ ਨਹੀਂ ਹੋਇਆ ਕਿਉਂਕਿ ਉਸ ਨੂੰ ਸੁਪਨਿਆਂ 'ਤੇ ਵਿਸ਼ਵਾਸ ਨਹੀਂ ਸੀ। ਪਰ ਉਸਨੇ ਮੈਨੂੰ ਕੁਝ ਨਹੀਂ ਕਿਹਾ। ਮੈਂ ਸੋਚਿਆ ਕਿ ਇਹ ਇੱਕ ਸੁਪਨਾ ਸੀ ਪਰ ਇਹ ਕਿੰਨਾ ਚੰਗਾ ਹੈ ਅਤੇ ਜੇ ਇਹ ਸੱਚ ਹੁੰਦਾ। ਮੈਂ ਆਪਣੇ ਸੁਪਨਿਆਂ ਵਿੱਚ ਆਖਰੀ ਵਾਰ ਆਪਣੇ ਪਤੀ ਨੂੰ ਮਿਲੀ। ਉਸਨੇ ਮੇਰਾ ਹੱਥ ਫੜ ਲਿਆ। ਇਹ ਮੇਰੇ ਲਈ ਕਾਫੀ ਸੀ। ਜਦੋਂ ਕੁਝ ਦਿਨ ਲੰਘੇ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਆਪਣੇ ਸਹੁਰੇ ਘਰ ਜਾਣਾ ਚਾਹੁੰਦੀ ਹਾਂ। ਹੁਣ ਮੈਂ ਇੱਥੇ ਆਪਣੇ ਪਿਤਾ ਦੇ ਘਰ ਨਹੀਂ ਰਹਿਣਾ ਚਾਹੁੰਦੀ। ਮੇਰੀ ਮਾਂ ਨੇ ਕਿਹਾ, ਤੂੰ ਉੱਥੇ ਇਕੱਲੀ ਕਿਵੇਂ ਰਹੇਂਗੀ? ਮੈਂ ਕਿਹਾ ਕਿ ਘਰ ਨੇੜੇ ਤਾਂ ਹੈ। ਜੇ ਮੈਨੂੰ ਕੋਈ ਮੁਸ਼ਕਲ ਹੋਵੇਗੀ ਤਾਂ ਮੈਂ ਇੱਥੇ ਆ ਜਾਵਾਂਗੀ ਪਰ ਮੈਂ ਉੱਥੇ ਹੀ ਰਹਿਣਾ। ਮੈਨੂੰ ਉੱਥੇ ਹੀ ਸਕੂਨ ਮਿਲੇਗਾ। ਮੇਰੀ ਮੰਮੀ ਮੈਨੂੰ ਮਨਾ ਕਰ ਰਹੀ ਸੀ ਪਰ ਮੇਰੇ ਡੈਡੀ ਨੇ ਕਿਹਾ ਕਿ ਜੇ ਇਸ ਨੂੰ ਉੱਥੇ ਖੁਸ਼ੀ ਮਿਲਦੀ ਆ ਤਾਂ ਉੱਥੇ ਜਾਣ ਦਿਓ। ਕੁਝ ਦਿਨ ਤੱਕ ਇਹ ਨੋਰਮਲ ਹੋ ਜਾਵੇਗੀ ਤੇ ਫਿਰ ਵਾਪਸ ਆ ਜਾਵੇਗੀ। ਉਹਨਾਂ ਨੂੰ ਇਹੀ ਲੱਗਦਾ ਸੀ ਕਿ ਮੈਂ ਪਾਗਲ ਵਿਅਕਤੀ ਵਾਂਗ ਵਿਵਹਾਰ ਕਰ ਰਹੀ ਹਾਂ ਤੇ ਮੈਂ ਕੁਝ ਦਿਨਾਂ ਵਿੱਚ ਠੀਕ ਹੋ ਜਾਵਾਂਗੀ। ਮੈਂ ਉਹਨਾਂ ਦੀਆਂ ਇਹਨਾਂ ਗੱਲਾਂ ਤੋਂ ਦੁਖੀ ਹੋ ਗਈ ਸੀ। ਮੇਰੇ ਮਾਤਾ ਪਿਤਾ ਮੇਰੀ ਹਰ ਗੱਲ ਮੰਨਦੇ ਸਨ ਤੇ ਮੇਰਾ ਬਹੁਤ ਧਿਆਨ ਰੱਖਦੇ ਸਨ। ਉਹਨਾਂ ਨੇ ਮੈਨੂੰ ਉਸ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਵੈਸੇ ਵੀ ਮੇਰੇ ਘਰ ਜ਼ਿਆਦਾ ਦੂਰ ਨਹੀਂ ਸੀ। ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਆਈ। ਇਹ ਮੇਰਾ ਉਹੀ ਕਮਰਾ ਸੀ ਜਿੱਥੇ ਮੈਂ ਅਤੇ ਮੇਰੇ ਪਤੀ ਰਹਿੰਦੇ ਸੀ। ਮੈਂ ਸੌਣ ਤੋਂ ਪਹਿਲਾਂ ਬਿਸਤਰਾ ਸੈੱਟ ਕੀਤਾ ਜਿਵੇਂ ਹਰ ਰੋਜ਼ ਪਹਿਲਾਂ ਕਰਦੀ ਸੀ ਤੇ ਫਿਰ ਮੈਂ ਆਪਣੇ ਥਾਂ 'ਤੇ ਆ ਕੇ ਸੌਂ ਗਈ। ਅਮਨ ਨਾਲ
ਲੰਘਾਈਆਂ ਯਾਦਾਂ ਹੀ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ ਤੇ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸਨ। ਜਦੋਂ ਕਮਰੇ ਵਿੱਚ ਅਚਾਨਕ ਕੁਝ ਹੋਇਆ ਤਾਂ ਮੈਂ ਲਾਈਟਾਂ ਬੰਦ ਕਰਕੇ ਲੇਟੀ ਹੋਈ ਸੀ। ਮੈਨੂੰ ਲੱਗਾ ਜਿਵੇਂ ਕੋਈ ਆ ਕੇ ਮੇਰੇ ਪਿੱਛੇ ਮੇਰੇ ਪਤੀ ਦੀ ਥਾਂ 'ਤੇ ਲੇਟ ਗਿਆ ਹੋਵੇ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਸਾਹ ਤੇਜ਼ ਹੋ ਗਏ ਤੇ ਮੇਰੇ ਦਿਲ ਦੀ ਆਵਾਜ਼ ਕੰਨਾਂ ਵਿੱਚ ਗੂੰਜਣ ਲੱਗੀ। ਪਰ ਮੇਰੇ ਵਿੱਚ ਪਿੱਛੇ ਮੁੜ ਕੇ ਵੇਖਣ ਦੀ ਹਿੰਮਤ ਨਹੀਂ ਸੀ। ਮੈਨੂੰ ਬਹੁਤ ਡਰ ਲੱਗਣ ਲੱਗ ਪਿਆ ਸੀ। ਕੋਈ ਇਸ ਸੰਸਾਰ ਨੂੰ ਛੱਡਦਾ ਤਾਂ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਹ ਕਿਤੇ ਵੀ ਵਾਪਸ ਆ ਜਾਵੇ ਤੇ ਅਸੀਂ ਉਸ ਨੂੰ ਦੇਖ ਸਕਦੇ। ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਭਾਵਨਾ ਜ਼ਿੰਦਗੀ ਵਿੱਚ ਇੰਨੀ ਡਰਾਉਣੀ ਹੋਵੇਗੀ। ਮੈਨੂੰ ਬਹੁਤ ਡਰ ਲੱਗਣ ਲੱਗਾ। ਅਸਲ ਵਿੱਚ ਮੈਂ ਇਹ ਵੀ ਮਹਿਸੂਸ ਕਰ ਰਹੀ ਸੀ ਕਿ ਕੋਈ ਬੈੱਡ 'ਤੇ ਲੇਟਿਆ ਹੋਇਆ ਹੈ ਤੇ ਉਸ ਦੇ ਭਾਰ ਕਾਰਨ ਬਿਸਤਰਾ ਵੀ ਹੇਠਾਂ ਝੁਕ ਗਿਆ। ਮੇਰੇ ਵਿੱਚ ਪਿੱਛੇ ਮੁੜਨ ਦੀ ਹਿੰਮਤ ਨਹੀਂ ਸੀ ਤੇ ਮੈਨੂੰ ਯਕੀਨ ਸੀ ਕਿ ਸ਼ਾਇਦ ਮੇਰੇ ਪਤੀ ਨੇ ਮੇਰੇ ਸੁਪਨੇ ਵਿੱਚ ਮੈਨੂੰ ਜੋ ਕਿਹਾ ਸੀ ਉਹ ਸੱਚ ਸੀ। ਸ਼ਾਇਦ ਉਹ ਸੁਪਨਾ ਸਿਰਫ ਸੁਪਨਾ ਹੀ ਨਹੀਂ ਸੀ, ਉਹ ਅਸਲ ਵਿੱਚ ਉਸ ਸਮੇਂ ਮੇਰੇ ਨਾਲ ਹੀ ਸੀ ਤੇ ਮੇਰੇ ਪਿੱਛੇ ਪਿਆ ਹੋਇਆ ਸੀ। ਅਮਨ ਇਸ ਦੁਨੀਆ 'ਚ ਨਹੀਂ ਸੀ, ਮੈਂ ਇਹ ਜਾਣਦੀ ਹਾਂ, ਪਰ ਇਹ ਸਿਰਫ ਅਮਨ ਹੀ ਹੋ ਸਕਦੇ ਹਨ। ਮੈਂ ਉਸਦੇ ਸਾਹ ਸੁਣ ਸਕਦੀ ਸੀ, ਮੈਂ ਉਸਦੀ ਮਹਿਕ ਨੂੰ ਸੁੰਘ ਸਕਦੀ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਨਾਲ ਹਨ ਤੇ ਮੈਂ ਸੌਂ ਗਈ। ਜਦੋਂ ਮੈਂ ਉੱਠੀ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ। ਜਿਸ ਥਾਂ 'ਤੇ ਅਮਨ ਸੌਂਦੇ ਸੀ ਉਸ ਥਾਂ ਦਾ ਬਿਸਤਰਾ ਵੀ ਖਰਾਬ ਹੋ ਗਿਆ ਸੀ। ਇਸ ਦਾ ਮਤਲਬ ਸੀ ਕਿ ਉੱਥੇ ਰਾਤ ਨੂੰ ਉਹ ਇੱਥੇ ਹੀ ਸੀ। ਉਸਨੇ ਮੈਨੂੰ ਕਿਹਾ ਕਿ ਉਹ ਹਮੇਸ਼ਾ ਮੇਰੇ ਨਾਲ ਰਹੇਗਾ ਤੇ ਹਰ ਰਾਤ ਮੈਨੂੰ ਮਿਲਣ ਆਵੇਗਾ, ਪਰ ਆਪਣੇ ਘਰ ਹੀ ਆਵੇਗਾ। ਅਗਲੇ ਦਿਨ ਮੈਂ ਮਾਂ ਦੇ ਕੋਲ ਚਲੀ ਗਈ। ਉਸਨੇ ਮੈਨੂੰ ਰਾਤ ਨੂੰ ਆਪਣੇ ਕੋਲ ਹੀ ਰੱਖ ਲਿਆ ਕਿਉਂਕਿ ਬਾਹਰ ਬਹੁਤ ਮੀਂਹ ਪੈ ਰਿਹਾ ਸੀ। ਉਸਨੇ ਕਿਹਾ, ਅੱਜ ਰਾਤ ਨੂੰ ਜਾਣ ਦੀ ਕੋਈ ਲੋੜ ਨਹੀਂ, ਤੂੰ ਅੱਜ ਇੱਥੇ ਰਹਿ। ਪਰ ਅੱਜ ਰਾਤ ਅਜਿਹਾ ਕੁਝ ਨਹੀਂ ਹੋਇਆ। ਆਪਣੇ ਮਾਤਾ ਪਿਤਾ ਦੇ ਘਰ ਆਉਣ ਤੋਂ ਬਾਅਦ ਮੈਨੂੰ ਕੋਈ ਸੁਪਨਾ ਨਹੀਂ ਆਇਆ, ਪਰ ਮੈਂ ਆਪਣੇ ਪਤੀ ਨਾਲ ਰਹਿਣਾ ਸੀ ਕਿਉਂਕਿ ਮੈਂ ਉਸ ਨਾਲ ਗੱਲ ਕਰਨੀ ਸੀ। ਮੈਂ ਉਹਨਾਂ ਨੂੰ ਮਹਿਸੂਸ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਆਪਣੇ ਪਤੀ ਦੇ ਘਰ ਰਹਿਣ ਦਾ ਫੈਸਲਾ ਕੀਤਾ। ਅਗਲੇ ਦਿਨ ਮੈਂ ਜ਼ੋਰ ਪਾ ਕੇ ਫਿਰ ਆਪਣੇ ਘਰ ਚਲੀ ਗਈ। ਜਿਵੇਂ ਜਿਵੇਂ ਰਾਤ ਹੋਣ ਲੱਗੀ ਮੈਨੂੰ ਫਿਰ ਉਹੀ ਅਹਿਸਾਸ ਹੋਣ ਲੱਗਾ। ਇਸ ਵਾਰ ਮੈਨੂੰ ਇੰਨੀ ਨੀਂਦ ਆਈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿੱਥੇ ਹਾਂ। ਪਰ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰਾ ਦਿਲ ਬਹੁਤ ਹਲਕਾ ਹੋ ਗਿਆ ਸੀ। ਮੈਨੂੰ ਲੱਗਾ ਜਿਵੇਂ ਸਭ ਕੁਝ ਠੀਕ ਸੀ। ਮੈਨੂੰ ਲੱਗਾ ਜਿਵੇਂ ਮੇਰਾ ਪਤੀ ਮੇਰੇ ਨਾਲ ਹੋਵੇ, ਜਿਵੇਂ ਉਹ ਅਜੇ ਜਿਉਂਦਾ ਤੇ ਇਸ ਘਰ ਵਿੱਚ ਹੀ ਰਹਿ ਰਿਹਾ ਹੋਵੇ। ਜਿਵੇਂ ਉਹ ਕੰਮ 'ਤੇ ਚਲਾ ਗਿਆ ਤੇ ਮੈਂ ਘਰ ਦੇ ਸਾਰੇ ਕੰਮ ਮੁਕਾਉਣੇ ਹਨ। ਮੇਰਾ ਪਤੀ ਇਸ ਦੁਨੀਆ 'ਚ ਨਹੀਂ ਸੀ, ਪਰ ਮੇਰੇ ਨਾਲ ਜ਼ਰੂਰ ਸੀ ਅਤੇ ਮੈਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਜੀ ਰਹੀ ਸੀ। ਹਰ ਰਾਤ ਜਦੋਂ ਮੈਂ ਆਪਣਾ ਪਾਸਾ ਬਦਲ ਕੇ ਸੌਂਦੀ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਕੋਈ ਮੇਰੀ ਪਿੱਠ ਦੇ ਪਿੱਛੇ ਲੇਟਿਆ ਹੋਇਆ। ਇੱਕ ਦਿਨ ਮੈਂ ਹਿੰਮਤ ਕੀਤੀ ਤੇ ਸੋਚਿਆ ਕਿ ਅੱਜ ਮੈਂ ਜ਼ਰੂਰ ਵੇਖੂੰਗੀ ਕਿ ਮੇਰਾ ਪਤੀ ਇੱਥੇ ਹੈ ਜਾਂ ਨਹੀਂ। ਪਰ ਜਦੋਂ ਮੈਂ ਪਿੱਛੇ ਮੁੜੀ ਤਾਂ ਉੱਥੇ ਕੋਈ ਨਹੀਂ ਸੀ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੈਨੂੰ ਕੋਈ ਹਿਲਜੁਲ ਮਹਿਸੂਸ ਨਾ ਹੋਈ। ਇਸ ਦਾ ਮਤਲਬ ਹੈ ਕਿ ਉਹ ਨਹੀਂ ਚਾਹੁੰਦੇ ਕਿ ਮੈਂ ਉਹਨਾਂ ਨੂੰ ਦੇਖਾਂ। ਮੈਂ ਸਿਰਫ ਅਮਨ ਨੂੰ ਮਹਿਸੂਸ ਕਰ ਸਕਦੀ ਸੀ ਤੇ ਇਹ ਮੇਰੇ ਲਈ ਕਾਫੀ ਸੀ। ਮੈਂ ਹੀ ਕਰ ਰਹੀ ਸੀ। ਜਦੋਂ ਮੇਰੀ ਸਹੇਲੀ ਕਿਰਨ ਮੈਨੂੰ ਘਰੇ ਮਿਲਣ ਆਈ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਪਹਿਲਾਂ ਨਾਲੋਂ ਬਹੁਤ ਵਧੀਆ ਲੱਗ ਰਹੇ ਹੋ, ਤੁਸੀਂ ਆਪਣਾ ਆਪ ਨੂੰ ਸੰਭਾਲ ਲਿਆ। ਕਿਹਾ ਜਾਂਦਾ ਹੈ ਕਿ ਰੱਬ ਸਵਾਰ ਦਿੰਦਾ ਹੈ। ਵੈਸੇ ਵੀ ਤੇਰੀ ਉਮਰ ਕਿੰਨੀ ਕੁ ਸੀ ਤੇ ਤੇਰੇ ਵਿਆਹ ਨੂੰ 4 ਮਹੀਨੇ ਵੀ ਨਹੀਂ ਹੋਏ ਸਨ। ਤੈਨੂੰ ਕਿਸੇ ਬਾਰੇ ਦੁਬਾਰਾ ਸੋਚਣਾ ਚਾਹੀਦਾ। ਤੁਹਾਡੇ ਕੋਈ ਬੱਚਾ ਵੀ ਨਹੀਂ ਆ ਅਤੇ ਬਹੁਤੇ ਲੋਕ ਇਹ ਵੀ ਨਹੀਂ ਜਾਣਦੇ ਜੇਕਰ ਤੁਸੀਂ ਕਿਸੇ ਹੋਰ ਇਲਾਕੇ ਵਿੱਚ ਵਿਆਹ ਕਰਵਾ ਲੈਂਦੇ ਹੋ ਤਾਂ ਉਹ ਲੋਕ ਅੰਦਾਜ਼ਾ ਵੀ ਨਹੀਂ ਲਗਾ ਸਕਣਗੇ ਕਿ ਤੁਹਾਡਾ ਪਹਿਲਾਂ ਵਿਆਹ ਹੋਇਆ। ਮੈਂ ਕਿਰਨ ਨੂੰ ਕਿਹਾ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਨਾ ਕਰੇ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ, ਜਿਵੇਂ ਚੱਲਦੀ ਹੈ ਉਵੇਂ ਚੱਲਣ ਦੀ ਦਵੇ। ਉਸ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਆ, ਤੂੰ ਇਕੱਲੀ ਕਿੰਨਾ ਕੁ ਸਮਾਂ ਬਤੀਤ ਕਰੇਂਗੀ। ਮਰਦ ਕਦੇ ਵੀ ਆਪਣੀ ਜ਼ਿੰਦਗੀ ਇਕੱਲੇ ਨਹੀਂ ਬਿਤਾ ਸਕਦੇ ਅਤੇ ਇੱਕ ਔਰਤ ਤਾਂ ਬਿਲਕੁਲ ਵੀ ਨਹੀਂ ਬਿਤਾ ਸਕਦੀ। ਮੈਂ ਕਿਹਾ, ਮੈਨੂੰ ਕੋਈ ਸਮੱਸਿਆ ਨਹੀਂ, ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਮੈਨੂੰ ਵੀ ਰਾਤ ਨੂੰ ਬਹੁਤ ਅਜੀਬ ਸੁਪਨੇ ਆਉਣ ਲੱਗੇ ਕਿ ਸ਼ਾਇਦ ਉਹੀ ਪਲ ਮੈਨੂੰ ਯਾਦ ਆਉਂਦੇ ਸੀ ਜੋ ਮੈਂ ਆਪਣੇ ਪਤੀ ਨਾਲ ਬਿਤਾਏ ਸੀ। ਪਰ ਮੈਨੂੰ ਅੱਜ ਤੱਕ ਇੰਨੀ ਨੀਂਦ ਕਦੇ ਨਹੀਂ ਆਈ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇੰਨੀ ਚੰਗੀ ਨੀਂਦ ਕਿਵੇਂ ਆਈ ਕਿ ਮੈਨੂੰ ਹੋਸ਼ ਵੀ ਨਹੀਂ ਰਹਿੰਦਾ ਸੀ। ਕਈ ਵਾਰ ਮੈਨੂੰ ਇੰਝ ਲੱਗਦਾ ਜਿਵੇਂ ਮੇਰਾ ਪਤੀ ਮੇਰੇ ਨਾਲ ਮੰਜੇ 'ਤੇ ਸੌਂ ਰਿਹਾ ਹੋਵੇ ਤੇ ਫਿਰ ਮੈਨੂੰ ਅਚਾਨਕ ਨੀਂਦ ਆ ਜਾਂਦੀ। ਮੈਨੂੰ ਇੰਝ ਲੱਗਦਾ ਜਿਵੇਂ ਮੈਨੂੰ ਆਪਣੇ ਪਤੀ ਦੀ ਕਮੀ ਮਹਿਸੂਸ ਨਹੀਂ ਹੁੰਦੀ ਤੇ ਸਭ ਤੋਂ ਵੱਡੀ ਗੱਲ ਮੇਰੇ ਲਈ ਇਹ ਸੀ ਕਿ ਮੇਰਾ ਪਤੀ ਮੇਰੇ ਸੁਪਨੇ ਵਿੱਚ ਆਉਂਦਾ ਸੀ ਅਤੇ ਉਸਨੇ ਮੈਨੂੰ ਕਿਹਾ ਵੀ ਸੀ ਕਿ ਉਹ ਹਮੇਸ਼ਾ ਮੇਰੇ ਨਾਲ ਰਹੇਗਾ। ਜਿਸ ਦਿਨ ਮੈਂ ਮਾਂ ਦੇ ਘਰ ਜਾਂਦੀ ਉਸ ਦਿਨ ਅਜਿਹਾ ਕੁਝ ਵੀ ਨਹੀਂ ਹੁੰਦਾ ਸੀ। ਹੁਣ ਮੇਰੀ ਮਾਂ ਨੂੰ ਵੀ ਮੇਰੀ ਚਿੰਤਾ ਹੋਣ ਲੱਗੀ ਕਿਉਂਕਿ ਮੇਰੀਆਂ ਹਰਕਤਾਂ ਕੁਝ ਅਜੀਬ ਜਿਹੀਆਂ ਹੋ ਗਈਆਂ। ਕਦੇ ਮੈਂ ਬੈਠੀ ਮੁਸਕਰਾਉਣ ਲੱਗ ਜਾਂਦੀ ਤੇ ਕਦੇ ਆਪਣੇ ਪਤੀ ਬਾਰੇ ਸੋਚ ਕੇ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਜਾਂਦੀ। ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਇਕੱਲੀ ਨਹੀਂ ਰਹੇਂਗੀ, ਉਹ ਵੀ ਰਾਤ ਨੂੰ ਤੇਰੇ ਡੈਡੀ ਵੀ ਗੁੱਸਾ ਕਰ ਰਹੇ ਆ। ਹੁਣ ਅਸੀਂ ਤੇਰਾ ਵਿਆਹ ਕਰਾਂਗੇ। ਮੈਂ ਕਿਹਾ, ਮੈਂ ਦੁਬਾਰਾ ਵਿਆਹ ਨਹੀਂ ਕਰਾਂਗੀ, ਵਿਆਹ ਦਾ ਖਿਆਲ ਮਨ ਵਿੱਚੋਂ ਕੱਢ ਦਿਓ।
ਪਹਿਲਾਂ ਮੈਂ ਤੁਹਾਡੀ ਮਰਜ਼ੀ ਮੁਤਾਬਕ ਵਿਆਹ ਕੀਤਾ ਸੀ, ਫਿਰ ਕੀ ਹੋਇਆ? ਕਿਸਮਤ ਨੇ ਮੇਰੇ ਨਾਲ ਕੀ ਕੀਤਾ? ਹੁਣ ਮੈਂ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀ। ਮੈਂ ਇਹ ਇਸ ਤਰ੍ਹਾਂ ਕਿਹਾ ਜਿਵੇਂ ਇਹ ਮੇਰਾ ਆਖਰੀ ਫੈਸਲਾ ਸੀ। ਮਾਂ ਵੀ ਬਹੁਤ ਪਰੇਸ਼ਾਨ ਹੋ ਗਈ ਤੇ ਫਿਰ ਮਾਂ ਨੇ ਕਿਰਨ ਨੂੰ ਕਿਹਾ ਕਿ ਤੂੰ ਹੀ ਇਸ ਨੂੰ ਸਮਝਾ। ਉਹ ਵੀ ਵਾਰ-ਵਾਰ ਮੇਰੇ ਨਾਲ ਗੱਲ ਕਰਨ ਆਉਂਦੀ। ਇੱਕ ਦਿਨ ਉਹ ਮੈਨੂੰ ਆਪਣੇ ਘਰ ਲੈ ਗਈ। ਉਹਨਾਂ ਦੇ ਘਰ ਸਮਾਗਮ ਚੱਲ ਰਿਹਾ ਸੀ। ਇੱਥੇ ਬਹੁਤ ਸਾਰੇ ਮਹਿਮਾਨ ਬੈਠੇ ਸੀ। ਫਿਰ ਹੀ ਮੇਰੀ ਨਜ਼ਰ ਉਸ ਡਾਕਟਰ 'ਤੇ ਪਈ ਜਿਸ ਨੇ ਮੇਰੇ ਪਤੀ ਦਾ ਇਲਾਜ ਕੀਤਾ ਸੀ। ਮੈਂ ਕਿਰਨ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਿਹਾ ਆ। ਕਿਰਨ ਨੇ ਦੱਸਿਆ ਕਿ ਉਹ ਮੇਰੇ ਦੋਸਤ ਹਨ, ਉਹ ਮੇਰੇ ਨਾਲ ਪੜ੍ਹਦੇ ਸੀ। ਮੈਂ ਕਿਹਾ, ਤੂੰ ਮੈਨੂੰ ਇਸ ਬਾਰੇ ਕਦੇ ਦੱਸਿਆ ਹੀ ਨਹੀਂ। ਕਿਰਨ ਨੇ ਕਿਹਾ ਕਿ ਹੁਣ ਉਸ ਨੂੰ ਇੱਥੇ ਹਸਪਤਾਲ ਵਿੱਚ ਨੌਕਰੀ ਮਿਲ ਗਈ ਆ, ਇਸ ਲਈ ਉਹ ਇੱਥੇ ਸ਼ਿਫਟ ਹੋ ਗਏ ਹਨ। ਹੁਣ ਉਹ ਮੇਰੇ ਘਰ ਵੀ ਆਉਂਦੇ ਰਹਿੰਦੇ ਹਨ। ਮੈਂ ਕਿਹਾ, ਇਹ ਉਹੀ ਡਾਕਟਰ ਹਨ ਜਿਸ ਦੇ ਹੱਥਾਂ ਵਿੱਚ ਮੇਰੇ ਪਤੀ ਨੇ ਆਖਰੀ ਸਾਹ ਲਿਆ ਸੀ। ਕਿਰਨ ਨੇ ਦੱਸਿਆ ਕਿ ਉਹ ਤੈਨੂੰ ਜਾਣਦੇ ਹਨ ਤੇ ਤੇਰੇ ਪਤੀ ਨੂੰ ਵੀ ਜਾਣਦੇ ਹਨ, ਕਿਉਂਕਿ ਤੇਰੇ ਪਤੀ ਦੀ ਉਸਦੇ ਭਰਾ ਨਾਲ ਦੋਸਤੀ ਸੀ। ਉਹ ਦੋਵੇਂ ਇਕੱਠੇ ਕੰਮ ਕਰਦੇ ਸੀ। ਕਿਰਨ ਨੇ ਕਿਹਾ ਕਿ ਹੋ ਸਕਦਾ ਹੈ ਮੈਂ ਵੀ ਉਸ ਨਾਲ ਵਿਆਹ ਕਰ ਲਵਾਂ, ਕਿਉਂਕਿ ਮੇਰੇ ਪਰਿਵਾਰ ਵਾਲੇ ਇਸ ਲੜਕੇ ਨੂੰ ਬਹੁਤ ਪਸੰਦ ਕਰਦੇ ਆ ਤੇ ਸਾਡੇ ਰਿਸ਼ਤੇ ਦੀ ਗੱਲ ਵੀ ਚੱਲ ਰਹੀ ਆ। ਅਸੀਂ ਦੋਵੇਂ ਇੱਕ ਦੂਜੇ ਨਾਲ ਕਈ ਵਾਰ ਮੈਸੇਜ ਰਾਹੀਂ ਗੱਲ ਕਰਦੇ ਆ। ਮੈਂ ਕਿਹਾ, ਮੁਬਾਰਕਾਂ, ਤੇਰਾ ਇਸ ਮੁੰਡੇ ਨਾਲ ਜਲਦੀ ਵਿਆਹ ਹੋ ਜਾਣਾ ਚਾਹੀਦਾ। ਡਾਕਟਰ ਦੀ ਪਤਨੀ ਬਣਨਾ ਵੱਡੀ ਗੱਲ ਆ ਤੇ ਇਹ ਵਿਅਕਤੀ ਦੇਖਣ ਵਿੱਚ ਬਹੁਤ ਸੋਹਣਾ ਆ। ਉਸ ਨੇ ਕਿਹਾ, ਹੁਣ ਦੇਖਦੀ ਅੱਗੇ ਕੀ ਹੁੰਦਾ। ਮੈਂ ਆਪਣੇ ਦੋਸਤ ਲਈ ਬਹੁਤ ਖੁਸ਼ ਸੀ। ਮੈਂ ਹਰ ਵੇਲੇ ਆਪਣੇ ਪਤੀ ਬਾਰੇ ਸੋਚਦੀ ਰਹਿੰਦੀ ਸੀ। ਮੈਂ ਆਪਣੇ ਪਤੀ ਨਾਲ ਬਹੁਤ ਵਧੀਆ ਸਮਾਂ ਬਿਤਾਇਆ ਸੀ ਤੇ ਉਸ ਤੋਂ ਬਾਅਦ ਅਮਨ ਅਚਾਨਕ ਇਸ ਦੁਨੀਆ ਤੋਂ ਚਲਾ ਗਿਆ। ਅਸੀਂ ਇਕੱਠੇ ਬੈਠੇ ਸੀ। ਉਹ ਪਿਆਰ ਦੀਆਂ ਗੱਲਾਂ ਕਰ ਰਹੇ ਸਨ। ਅਮਨ ਕਹਿ ਰਿਹਾ ਸੀ ਕਿ ਮੈਂ ਤੈਨੂੰ ਸ਼ਾਪਿੰਗ ਕਰਨ ਲਈ ਲੈ ਜਾਵਾਂਗਾ। ਅੱਜ ਤੁਸੀਂ ਬਹੁਤ ਖੁਸ਼ ਹੋਵੋਗੇ। ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਦਿਨ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਤੀ ਨੂੰ ਦਿਲ ਦਾ ਦੌਰਾ ਪਿਆ। ਉਸ ਡਾਕਟਰ ਨੇ ਕਿਹਾ ਕਿ ਇਹ ਅਚਾਨਕ ਕਿਸੇ ਨੂੰ ਵੀ ਹੋ ਸਕਦਾ ਆ। ਜਿਨ੍ਹਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਹੁੰਦੀ ਆ, ਜਦੋਂ ਤੱਕ ਉਹਨਾਂ ਨੂੰ ਇਸ ਬਾਰੇ ਪਤਾ ਚੱਲਦਾ, ਸਥਿਤੀ ਹੋਰ ਵੀ ਵਿਗੜ ਜਾਂਦੀ। ਮੈਨੂੰ ਨਜ਼ਰ ਲੱਗ ਗਈ ਸੀ। ਮੇਰੀ ਮਾਂ ਜੋ ਕਹਿੰਦੀ ਸੀ ਉਹ ਸਹੀ ਸੀ ਕਿ ਆਪਣੀਆਂ ਖੁਸ਼ੀਆਂ ਬਾਰੇ ਕਿਸੇ ਨੂੰ ਨਹੀਂ ਦੱਸਦੇ, ਪਰ ਮੈਂ ਦੱਸ ਦਿੰਦੀ ਸੀ ਤੇ ਕਿਸੇ ਦੀ ਨਜ਼ਰ ਅਜਿਹੀ ਲੱਗੀ ਕਿ ਮੇਰੀ ਤਾਂ ਸਾਰੀ ਦੁਨੀਆ ਹੀ ਉਜੜ ਗਈ। ਮੈਂ ਆਪਣੇ ਪਤੀ ਦਾ ਖਿਆਲ ਆਪਣੇ ਮਨ ਵਿੱਚੋਂ ਨਹੀਂ ਕੱਢ ਸਕਦੀ। ਮੈਨੂੰ ਹਰ ਵੇਲੇ ਚਿੰਤਾ ਲੱਗੀ ਰਹਿੰਦੀ। ਮੈਂ ਬਸ ਇਹੀ ਸੋਚਦੀ ਰਹਿੰਦੀ ਹਾਂ ਕਿ ਕਾਸ਼ ਮੇਰੇ ਨਾਲ ਅਜਿਹਾ ਨਾ ਹੁੰਦਾ। ਮੇਰੇ ਨਾਲ ਅਜਿਹਾ ਕਿਉਂ ਹੋਇਆ? ਖੈਰ, ਉਹ ਕਿਰਨ ਦੇ ਘਰ ਔਰਤ ਆਈ ਸੀ ਜੋ ਮੇਰੇ ਨਾਲ ਬਹੁਤ ਪਿਆਰ ਨਾਲ ਗੱਲਾਂ ਕਰ ਰਹੀ ਸੀ। ਉਹਨਾਂ ਨੇ ਮੈਨੂੰ ਮੇਰੇ ਪਤੀ ਬਾਰੇ ਪੁੱਛਿਆ। ਮੈਂ ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ। ਮੈਂ ਉਸ ਨੂੰ ਪੁੱਛਿਆ ਕਿ ਜਦੋਂ ਕੋਈ ਇਹ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਤਾਂ ਕੀ ਉਹ ਇਸ ਸੰਸਾਰ ਵਿੱਚ ਵਾਪਸ ਆ ਸਕਦਾ? ਉਹਨਾਂ ਨੇ ਕਿਹਾ ਕਿ ਅਜਿਹਾ ਬਿਲਕੁਲ ਵੀ ਨਹੀਂ ਹੋ ਸਕਦਾ। ਜਦੋਂ ਇੱਕ ਵਾਰ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਆ ਤਾਂ ਉਹ ਉਸ ਤੋਂ ਬਾਅਦ ਰੱਬ ਕੋਲ ਚਲੀ ਜਾਂਦੀ ਆ। ਮੈਂ ਕਿਹਾ ਕਿ ਇਹ ਵੀ ਹੁੰਦਾ, ਮਰੇ ਹੋਏ ਲੋਕ ਵਾਪਸ ਆ ਜਾਂਦੇ ਹਨ। ਔਰਤ ਨੇ ਦੱਸਿਆ ਕਿ ਉਹ ਮਰੇ ਹੋਏ ਲੋਕ ਨਹੀਂ ਹੁੰਦੇ, ਸਗੋਂ ਉਹਨਾਂ ਦੀਆਂ ਆਤਮਾਵਾਂ ਹਨ ਜੋ ਤੁਹਾਡੇ ਦਿਮਾਗ ਵਿੱਚ ਹਨ। ਉਹ ਤੁਹਾਡੇ ਨਾਲ ਖੇਡਾਂ ਖੇਡ ਰਹੀਆਂ ਹੁੰਦੀਆਂ ਤੇ ਤੁਹਾਡੇ ਨਾਲ ਝੂਠ ਬੋਲ ਰਹੀਆਂ ਹੁੰਦੀਆਂ, ਤੁਹਾਨੂੰ ਵਰਤ ਰਹੀਆਂ ਹੁੰਦੀਆਂ। ਮੈਂ ਉਸ ਦੀ ਗੱਲ ਸੁਣ ਕੇ ਬਹੁਤ ਡਰ ਗਈ। ਇਸ ਦਾ ਭਾਵ ਕਿ ਉਹ ਮੇਰਾ ਪਤੀ ਨਹੀਂ, ਉਸ ਦੀ ਆਤਮਾ ਹੈ ਜੋ ਭਟਕ ਰਹੀ ਆ। ਮੈਨੂੰ ਬਹੁਤ ਡਰ ਲੱਗਣ ਲੱਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ। ਮੈਂ ਉਸ ਔਰਤ ਨੂੰ ਵਾਰ-ਵਾਰ ਦੇਖਦੀ ਰਹੀ ਤੇ ਫਿਰ ਮੈਂ ਉਸ ਔਰਤ ਕੋਲ ਗਈ ਤੇ ਉਸ ਨੂੰ ਆਪਣੇ ਪਤੀ ਦੇ ਸੁਪਨੇ ਬਾਰੇ ਦੱਸਿਆ। ਉਸਨੇ ਮੈਨੂੰ ਕਿਹਾ, ਬੇਟਾ, ਅਜਿਹਾ ਕੁਝ ਨਹੀਂ, ਤੁਹਾਨੂੰ ਕੋਈ ਭੁਲੇਖਾ ਹੈ। ਉਸਨੇ ਮੈਨੂੰ ਕਿਹਾ ਕਿ ਇਹ ਇੱਕ ਕੰਮ ਕਰੋ, ਉਸ ਘਰ ਵਿੱਚ ਹੀ ਇਕੱਲੇ ਰਹਿਣਾ ਬੰਦ ਕਰ ਦਿਓ, ਕਿਉਂਕਿ ਜਦੋਂ ਤੱਕ ਤੁਸੀਂ ਇਕੱਲੇ ਰਹੋਗੇ ਤੁਹਾਨੂੰ ਇਹ ਭਰਮ ਬਣਿਆ ਰਹੇਗਾ। ਮੈਂ ਕਿਹਾ, ਜੇ ਮੈਂ ਆਪਣੇ ਪੇਕੇ ਘਰ ਜਾਂਦੀ ਹਾਂ ਤਾਂ ਅਜਿਹਾ ਨਹੀਂ ਹੁੰਦਾ। ਉਸਨੇ ਕਿਹਾ, ਠੀਕ ਆ, ਤਾਂ ਤੂੰ ਉਸ ਘਰ ਵਿੱਚ ਨਾ ਰਹਿ ਤੇ ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਨਾ ਆਉਣ ਦੇ। ਮੇਰਾ ਦਿਲ ਅਜੇ ਵੀ ਸਵੀਕਾਰ ਨਹੀਂ ਕਰ ਰਿਹਾ ਸੀ ਕਿ ਜੋ ਸੁਪਨਾ ਮੈਂ ਦੇਖਿਆ ਸੀ ਉਸ ਦਾ ਕੀ ਅਰਥ ਸੀ। ਮੈਂ ਬਹੁਤ ਡਰੀ ਹੋਈ ਸੀ। ਮੈਂ ਫੈਸਲਾ ਕਰ ਲਿਆ ਕਿ ਹੁਣ ਕੀ ਕਰਨਾ ਹੈ। ਮੈਂ ਇਹ ਸਾਰੀਆਂ ਗੱਲਾਂ ਆਪਣੀ ਦੋਸਤ ਨੂੰ ਵੀ ਦੱਸੀਆਂ। ਮੈਂ ਉਸ ਨੂੰ ਕਿਹਾ ਕਿ ਉਹ ਇੱਕ ਰਾਤ ਮੇਰੇ ਨਾਲ ਉਸ ਘਰ ਵਿੱਚ ਰਹੇਗੀ। ਉਹ ਵੀ ਬਹੁਤ ਡਰੀ ਹੋਈ ਸੀ, ਪਰ ਮੈਂ ਉਸ ਨਾਲ ਗੱਲ ਕੀਤੀ ਤੇ ਉਸ ਨੂੰ ਮਨਾ ਲਿਆ।
ਉਸਨੇ ਕਿਹਾ ਠੀਕ ਆ, ਪਰ ਅਸੀਂ ਸਾਰੀ ਰਾਤ ਨਹੀਂ ਸੌਵਾਂਗੀਆਂ ਤੇ ਜੇ ਅਜਿਹੀ ਕੋਈ ਗੱਲ ਹੋਈ ਤਾਂ ਮੈਂ ਤੁਹਾਡੀ ਮਾਂ ਦੇ ਘਰ ਭੱਜ ਕੇ ਚਲੀ ਜਾਵਾਂਗੀ। ਮੈਂ ਕਿਹਾ ਠੀਕ ਆ, ਮੈਂ ਵੀ ਤੁਹਾਡੇ ਨਾਲ ਭੱਜ ਜਾਵਾਂਗੀ। ਮੈਂ ਵੀ ਕਿਹੜਾ ਬਹਾਦਰ ਹਾਂ, ਮੈਨੂੰ ਵੀ ਡਰ ਲੱਗ ਰਿਹਾ ਸੀ। ਉਹ ਮੇਰੇ ਨਾਲ ਮੇਰੇ ਘਰ ਆਈ ਤੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰੀ ਥਾਂ ਲੇਟ ਜਾਓ, ਕਿਉਂਕਿ ਜਦੋਂ ਵੀ ਮੈਂ ਪਾਸਾ ਲੈਂਦੀ ਹਾਂ ਮੈਨੂੰ ਕੁਝ ਮਹਿਸੂਸ ਹੋਣਾ ਬੰਦ ਹੋ ਜਾਂਦਾ ਹੈ। ਮੈਂ ਕਮਰੇ ਦੀਆਂ ਲਾਈਟਾਂ ਬੰਦ ਕਰ ਦਿਆਂਗੀ ਤੇ ਸਾਈਡ 'ਤੇ ਖੜੀ ਹੋ ਜਾਵਾਂਗੀ। ਫਿਰ ਤੁਸੀਂ ਮੇਰੀ ਜਗ੍ਹਾ 'ਤੇ ਲੇਟ ਜਾਣਾ ਤੇ ਫਿਰ ਵੇਖਾਂਗੇ ਕਿ ਕੀ ਹੁੰਦਾ। ਉਹ ਇੰਨੀ ਡਰੀ ਹੋਈ ਸੀ ਕਿ ਵਾਰ-ਵਾਰ ਮਨਾ ਕਰ ਰਹੀ ਸੀ। ਫਿਰ ਮੈਂ ਉਸ ਨੂੰ ਕਿਹਾ, ਦੇਖੋ ਤੁਸੀਂ ਮੇਰੀ ਦੋਸਤ ਹੋ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਦੱਸ ਸਕਦੀ। ਮੈਂ ਵੱਡੀ ਮੁਸੀਬਤ ਵਿੱਚ ਹਾਂ, ਜੇ ਤੁਸੀਂ ਮੇਰੀ ਮਦਦ ਨਹੀਂ ਕਰੋਗੇ ਤਾਂ ਕੌਣ ਕਰੇਗਾ। ਕਿਰਨ ਮੇਰੀ ਮਦਦ ਕਰਨਾ ਚਾਹੁੰਦੀ ਸੀ, ਪਰ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ। ਉਹ ਸਿਰਫ ਆਪਣੇ ਡਰ ਕਾਰਨ ਇਨਕਾਰ ਕਰ ਰਹੀ ਸੀ। ਇਸ ਵੇਲੇ ਉਸ ਨੂੰ ਮੈਂ ਮਨਾ ਲਿਆ ਅਤੇ ਉਹ ਮੰਨ ਵੀ ਗਈ। ਉਸ ਨੇ ਕਿਹਾ, ਕਿੱਥੇ ਤੁਸੀਂ ਮੇਰੀ ਜਾਨ ਵੀ ਨਹੀਂ ਛੱਡ ਸਕਦੇ। ਚਲੋ ਇਹ ਕੰਮ ਕਰਦੇ ਹਾਂ। ਇਸ ਕੰਮ ਤੋਂ ਬਾਅਦ ਤੁਸੀਂ ਇਸ ਘਰ ਵਿੱਚ ਬਿਲਕੁਲ ਵੀ ਇਕੱਲੇ ਨਹੀਂ ਰਹੋਗੇ। ਤੁਹਾਨੂੰ ਮੇਰੇ ਨਾਲ ਇਹ ਵਾਅਦਾ ਕਰਨਾ ਹੋਵੇਗਾ, ਇੱਥੇ ਜੋ ਵੀ ਹੋਵੇਗਾ ਉਸ ਤੋਂ ਬਾਅਦ ਤੁਸੀਂ ਇੱਥੇ ਨਹੀਂ ਰਹੋਗੇ ਅਤੇ ਦੁਬਾਰਾ ਵਿਆਹ ਵੀ ਕਰੋਗੇ। ਮੈਂ ਕਿਹਾ ਠੀਕ ਆ, ਪਰ ਫਿਲਹਾਲ ਕਿਰਪਾ ਕਰਕੇ ਮੇਰੀ ਮਦਦ ਕਰ ਦੇ। ਮੈਂ ਪਰਦੇ ਪਿੱਛੇ ਲੁਕ ਗਈ। ਮੈਂ ਅੱਜ ਕਮਰੇ ਦੀ ਰੋਸ਼ਨੀ ਨੂੰ ਥੋੜ੍ਹਾ ਐਡਜਸਟ ਕੀਤਾ ਸੀ, ਪਰ ਅਜੇ ਵੀ ਬਹੁਤੀ ਰੋਸ਼ਨੀ ਨਹੀਂ ਸੀ। ਬਸ ਇੰਨਾ ਹੀ ਕਾਫੀ ਸੀ ਕਿ ਕੁਝ ਸਾਫ਼ ਦੇਖਿਆ ਜਾ ਸਕੇ। ਮੇਰੀ ਦੋਸਤ ਮੇਰੀ ਥਾਂ 'ਤੇ ਲੇਟ ਗਈ ਤੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਲੇਟਦੀ ਹਾਂ। ਉਸਦਾ ਚਿਹਰਾ ਮੇਰੇ ਵੱਲ ਸੀ। ਮੈਂ ਉਸ ਨੂੰ ਇਸ਼ਾਰਾ ਕਰਕੇ ਕਿਹਾ, ਦੇਖੋ ਮੈਂ ਇੱਥੇ ਖੜੀ ਹਾਂ, ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਉਹ ਬਹੁਤ ਡਰੀ ਹੋਈ ਸੀ। ਮੈਂ ਮੰਜੇ ਵੱਲ ਹੀ ਦੇਖ ਰਹੀ ਸੀ। ਫਿਲਹਾਲ ਉੱਥੇ ਕੁਝ ਵੀ ਨਹੀਂ ਸੀ, ਪਰ ਇਹ ਵੀ ਸੰਭਵ ਸੀ ਕਿ ਮੈਂ ਆਪਣੇ ਪਤੀ ਦੀ ਆਤਮਾ ਨੂੰ ਨਹੀਂ ਦੇਖ ਸਕਦੀ। ਪਰ ਜਿਸ ਤਰ੍ਹਾਂ ਬਿਸਤਰਾ ਖਰਾਬ ਹੋ ਜਾਂਦਾ ਸੀ, ਉਸੇ ਤਰ੍ਹਾਂ ਮੰਜੇ 'ਤੇ ਭਾਰ ਮਹਿਸੂਸ ਹੁੰਦਾ ਸੀ। ਇਸ ਦਾ ਮਤਲਬ ਇਹ ਸੀ, ਜੇਕਰ ਕੋਈ ਉੱਥੇ ਆਉਂਦਾ ਤਾਂ ਮੈਂ ਉਸ ਨੂੰ ਜ਼ਰੂਰ ਦੇਖਿਆ ਹੁੰਦਾ। ਸਮਾਂ ਇਸ ਤਰ੍ਹਾਂ ਲੰਘਣ ਲੱਗਾ। ਰਾਤ ਦੇ 2 ਵੱਜ ਚੁੱਕੇ ਸੀ। ਮੈਂ ਅਜਿਹਾ ਨਜ਼ਾਰਾ ਦੇਖਿਆ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕੋਈ ਵਿਅਕਤੀ ਕੰਧ ਟੱਪ ਕੇ ਉਸ ਘਰ ਵਿੱਚ ਦਾਖਲ ਹੋਇਆ। ਉੱਥੇ ਕੋਈ ਆਦਮੀ ਸੀ, ਪਰ ਉਸ ਦਾ ਕੱਦ ਮੇਰੇ ਪਤੀ ਨਾਲੋਂ ਉੱਚਾ ਸੀ ਤੇ ਕੁਝ ਸਮੇਂ ਬਾਅਦ ਉਸ ਦੇ ਪਿੱਛੇ ਹੋਰ ਆਦਮੀ ਅੰਦਰ ਆ ਗਏ, ਜਿਨ੍ਹਾਂ ਵਿੱਚੋਂ ਇੱਕ ਆਦਮੀ ਇੱਕ ਪਾਸੇ ਖੜਾ ਹੋ ਗਿਆ ਤੇ ਜੋ ਆਦਮੀ ਪਹਿਲਾਂ ਦਾਖਲ ਹੋਇਆ ਸੀ ਉਸਨੇ ਇੱਕ ਰੁਮਾਲ ਤੇ ਦਵਾਈ ਲਾਈ ਤੇ ਉਸ ਨੂੰ ਮੇਰੀ ਦੋਸਤ ਦੀ ਨੱਕ ਨੇੜੇ ਲੈ ਕੇ ਜਾਣ ਲੱਗਾ। ਉਹ ਅੱਖਾਂ ਬੰਦ ਕਰਕੇ ਲੇਟੀ ਹੋਈ ਸੀ। ਮੈਂ ਚੀਕਣਾ ਸ਼ੁਰੂ ਕਰ ਦਿੱਤਾ। ਉਹ ਵੀ ਹੈਰਾਨ ਰਹਿ ਗਈ ਤੇ ਮੈਂ ਲਾਈਟਾਂ ਔਨ ਕਰ ਦਿੱਤੀਆਂ। ਪਰ ਮੇਰੀ ਦੋਸਤ ਸਭ ਤੋਂ ਵੱਧ ਹੈਰਾਨ ਸੀ, ਕਿਉਂਕਿ ਉਸ ਕਮਰੇ ਵਿੱਚ ਖੜਾ ਵਿਅਕਤੀ ਉਸਦਾ ਮੰਗੇਤਰ ਸੀ, ਯਾਨੀ ਉਹੀ ਡਾਕਟਰ ਜਿਸ ਦੇ ਹੱਥੋਂ ਮੇਰੇ ਪਤੀ ਦੀ ਮੌਤ ਹੋਈ ਸੀ, ਤੇ 2 ਹੋਰ ਵਿਅਕਤੀ ਵੀ ਉਸਦੇ ਨਾਲ ਸਨ। ਮੈਂ ਪਾਸਿਓਂ ਇੱਕ ਸੋਟੀ ਚੁੱਕ ਕੇ ਕਿਹਾ, ਜੇ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੇਵਾਂਗੀ ਤੇ ਰੌਲਾ ਪਾ ਦੇਵਾਂਗੀ। ਮੇਰੀ ਦੋਸਤ ਵੀ ਮੇਰੇ ਪਿੱਛੇ ਲੁਕ ਗਈ ਤੇ ਉਸ ਨੂੰ ਪੁੱਛਿਆ, ਤੁਸੀਂ ਇੱਥੇ ਕੀ ਕਰਨ ਆਏ ਹੋ ਤੇ ਇਹ ਲੋਕ ਕੌਣ ਆ? ਉਸ ਡਾਕਟਰ ਨੇ ਦੋਵਾਂ ਨੂੰ ਭਜਾ ਦਿੱਤਾ ਤੇ ਕਿਹਾ, ਮੇਰੀ ਗੱਲ ਸੁਣੋ। ਪਰ ਮੈਂ ਉਸ ਦੀ ਬਿਨਾਂ ਕਿਸੇ ਗੱਲ ਸੁਣੀ ਤੋਂ ਹੀ ਰੌਲਾ ਪਾ ਦਿੱਤਾ ਤੇ ਉਸ ਨੂੰ ਉਸ ਕਮਰੇ ਵਿੱਚ ਬੰਦ ਕਰ ਦਿੱਤਾ। ਸਾਡਾ ਰੌਲਾ ਸੁਣ ਕੇ ਸਭ ਆ ਗਏ ਤੇ ਮੈਂ ਆਪਣੀ ਮੰਮੀ ਪਾਪਾ ਨੂੰ ਵੀ ਫੋਨ ਕਰ ਦਿੱਤਾ। ਉਹ ਵੀ ਆ ਗਏ। ਸਭ ਨੇ ਆ ਕੇ ਉਸ ਡਾਕਟਰ ਕਰਨ ਨੂੰ ਫੜ ਲਿਆ ਤੇ ਇੱਕ ਪਾਸੇ ਬਿਠਾ ਲਿਆ। ਇਸ ਤੋਂ ਬਾਅਦ ਉਹਨਾਂ ਨੇ ਸਾਰੀ ਸੱਚਾਈ ਦੱਸੀ। ਉਸ ਦੀ ਗੱਲ ਸੁਣ ਕੇ ਸਾਡੇ ਸਾਰਿਆਂ ਦੇ ਹੋਸ਼ ਉੱਡ ਗਏ। ਪਹਿਲਾਂ ਤਾਂ ਉਹ ਕੁਝ ਨਹੀਂ ਦੱਸ ਰਿਹਾ ਸੀ, ਪਰ ਸ਼ਾਇਦ ਮੇਰੇ ਡੈਡੀ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਇਸ ਲਈ ਉਹ ਵਾਰ-ਵਾਰ ਉਸ ਦੇ ਹੱਥ ਚੁੱਕ ਰਹੇ ਸੀ ਤੇ ਉਹ ਚੁੱਪ-ਚਾਪ ਕੁੱਟ ਸਹਿ ਰਿਹਾ ਸੀ, ਕਿਉਂਕਿ ਇਹ ਉਸ ਦੀ ਗਲਤੀ ਸੀ ਤੇ ਕਿਰਨ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਉਹ ਉਸ ਦਾ ਹੋਣ ਵਾਲਾ ਪਤੀ ਸੀ ਤੇ ਉਸ ਦਾ ਇੱਥੇ ਕੀ ਕੰਮ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕਿਹੜੇ ਲੋਕਾਂ ਨੂੰ ਨਾਲ ਲੈ ਕੇ ਆਇਆ ਸੀ, ਪਰ ਉਸ ਨੇ ਉਸ ਨੂੰ ਸਮੇਂ ਸਿਰ ਭੇਜ ਦਿੱਤਾ ਅਤੇ ਉਹ ਆਪ ਸਾਡੇ ਹੱਥ ਲੱਗ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਮੈਂ ਇਸ ਘਰ ਵਿੱਚ ਹੀ ਇਕੱਲੀ ਰਹਿੰਦੀ ਹਾਂ ਤੇ ਮੇਰੀ ਮਾਨਸਿਕ ਹਾਲਤ ਵੀ ਠੀਕ ਨਹੀਂ, ਇਸ ਲਈ ਮੈਂ ਰਾਤ ਨੂੰ ਇੱਥੇ ਆ ਕੇ ਕਲੋਰੋਫਾਰਮ ਪਾ ਕੇ ਉਸ ਨੂੰ ਬੇਹੋਸ਼ ਕਰ ਦਿੰਦਾ ਹਾਂ। ਇਹ ਫਿਰ ਇਹੀ ਸੋਚਦੀ ਸੀ ਕਿ ਉਸ ਦੇ ਪਤੀ ਦੀ ਆਤਮਾ ਆ ਗਈ ਆ, ਜਦ ਕਿ ਉਸ ਦੇ ਪਤੀ ਦੀ ਆਤਮਾ ਨਹੀਂ ਸੀ, ਮੈਂ ਹੀ ਹੁੰਦਾ ਸੀ। ਇੱਕ ਵਾਰ ਉਸਨੇ ਪਿੱਛੇ ਮੁੜ ਕੇ ਵੇਖਿਆ। ਮੈਂ ਉਸ ਦੇ ਪਿੱਛੇ ਲੁਕ ਗਿਆ ਸੀ
ਇਸ ਲਈ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮੇਰੇ ਡੈਡੀ ਨੇ ਉਸ ਡਾਕਟਰ ਦੇ ਮੂੰਹ 'ਤੇ ਥੱਪੜ ਮਾਰਿਆ, ਪਰ ਮੈਂ ਸੋਚ ਰਹੀ ਸੀ ਕਿ ਉਹਨਾਂ ਨੂੰ ਇਹ ਸਭ ਕਿਵੇਂ ਪਤਾ ਲੱਗਾ ਕਿ ਮੈਂ ਆਪਣੇ ਪਤੀ ਦੀ ਆਤਮਾ ਬਾਰੇ ਇਸ ਤਰ੍ਹਾਂ ਸੋਚਦੀ ਹਾਂ। ਇਸ ਬਾਰੇ ਉਹਨਾਂ ਨੂੰ ਕਿਸ ਨੇ ਦੱਸਿਆ, ਕਿਉਂਕਿ ਮੈਂ ਇਹ ਸਭ ਆਪਣੇ ਸੁਪਨਿਆਂ ਵਿੱਚ ਦੇਖਦੀ ਸੀ। ਜਦੋਂ ਮੈਂ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਉਸਨੇ ਕਿਰਨ ਵੱਲ ਦੇਖਿਆ ਤੇ ਆਪਣਾ ਸਿਰ ਝੁਕਾ ਲਿਆ। ਕਿਰਨ ਨੇ ਦੱਸਿਆ ਕਿ ਅਸੀਂ ਦੋਵੇਂ ਇੱਕ ਦੂਜੇ ਨਾਲ ਫ਼ੋਨ 'ਤੇ ਗੱਲ ਕਰਦੇ ਸੀ। ਜਦੋਂ ਤੁਸੀਂ ਮੈਨੂੰ ਇਹ ਦੱਸਿਆ ਸੀ ਤਾਂ ਮੈਂ ਉਸ ਨੂੰ ਵੀ ਕਿਹਾ ਸੀ, ਪਰ ਮੈਂ ਉਸ ਨੂੰ ਇਸ ਤਰ੍ਹਾਂ ਨਹੀਂ ਦੱਸਿਆ ਸੀ। ਮੈਂ ਉਸ ਨੂੰ ਇਹ ਕਿਹਾ ਸੀ ਕਿ ਮੇਰੀ ਦੋਸਤ ਬਹੁਤ ਦੁਖੀ ਆ। ਉਸ ਨੂੰ ਅਜੀਬ ਸੁਪਨੇ ਆਉਂਦੇ ਆ ਅਤੇ ਉਹ ਮੰਨਦੀ ਆ ਕਿ ਉਸਦੇ ਪਤੀ ਦੀ ਆਤਮਾ ਹਰ ਰਾਤ ਉਸ ਨੂੰ ਮਿਲਣ ਆਉਂਦੀ ਆ ਅਤੇ ਉਸ ਨੂੰ ਮਿਲ ਕੇ ਚਲੀ ਜਾਂਦੀ ਆ। ਮੈਨੂੰ ਨਹੀਂ ਪਤਾ ਸੀ ਕਿ ਉਹ ਇੰਨਾ ਘਟੀਆ ਵਿਅਕਤੀ ਆ, ਉਹ ਇਸ ਦਾ ਫਾਇਦਾ ਉਠਾਵੇਗਾ। ਮੈਂ ਉਸ ਨੂੰ ਇਹ ਗੱਲ ਅਚਾਨਕ ਦੱਸ ਦਿੱਤੀ ਸੀ ਅਤੇ ਉਸ ਨੂੰ ਕਿਹਾ ਕਿ ਉਹ ਮੇਰੀ ਦੋਸਤ ਲਈ ਪ੍ਰਾਰਥਨਾ ਕਰੇ ਅਤੇ ਮਦਦ ਕਰੇ, ਪਰ ਮੈਂ ਆਪਣਾ ਸਿਰ ਫੜ ਲਿਆ। ਮੇਰੇ ਨਾਲ ਇੰਨਾ ਵੱਡਾ ਹਾਦਸਾ ਹੋ ਗਿਆ ਸੀ, ਮੈਂ ਬੇਹੋਸ਼ ਹੋ ਗਈ। ਮੇਰੇ ਡੈਡੀ ਨੇ ਉਸ ਡਾਕਟਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਕਿਰਨ ਨੇ ਉਸ ਨਾਲ ਆਪਣੇ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਅਤੇ ਫਿਰ ਆਪਣੀ ਜ਼ਿੰਦਗੀ ਦੇ ਇੱਕ ਵੱਡੇ ਦੁੱਖ ਤੋਂ ਦੂਜੇ ਦੁੱਖ ਵਿੱਚ ਚਲੀ ਗਈ। ਇਹ ਮੇਰੀ ਗਲਤੀ ਸੀ। ਇਹ ਸਾਰੀਆਂ ਗੱਲਾਂ ਮੈਂ ਆਪਣੇ ਮਨ ਵਿੱਚ ਰੱਖਣੀਆਂ ਚਾਹੀਦੀਆਂ ਸੀ। ਜਦੋਂ ਬੰਦਾ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਉਹ ਵਾਪਸ ਨਹੀਂ ਆ ਸਕਦਾ। ਮੈਂ ਹੈਰਾਨ ਸੀ ਕਿ ਉਹ ਡਾਕਟਰ ਸੀ ਅਤੇ ਡਾਕਟਰ ਹੋ ਕੇ ਉਸਨੇ ਇੰਨਾ ਮਾੜਾ ਕੰਮ ਕੀਤਾ। ਜਿਸ ਦਿਨ ਉਸਨੇ ਮੈਨੂੰ ਪਹਿਲੀ ਵਾਰ ਵੇਖਿਆ ਸੀ, ਉਸੇ ਦਿਨ ਉਹ ਮੇਰੇ ਵੱਲ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਮੇਰੇ ਲਈ ਉਹ ਪਾਗਲ ਹੋ ਗਿਆ ਹੋਵੇ। ਮੈਂ ਆਪਣੇ ਪਤੀ ਦਾ ਘਰ ਵੇਚ ਦਿੱਤਾ ਅਤੇ ਹੁਣ ਆਪਣੀ ਮਾਤਾ ਪਿਤਾ ਨਾਲ ਰਹਿੰਦੀ ਹਾਂ। ਇਹ ਦੁਨੀਆ ਬਹੁਤ ਬੁਰੀ ਆ, ਕਿਸੇ ਦੀ ਬੇਵਸੀ ਦਾ ਫਾਇਦਾ ਉਠਾਉਂਦੀ ਆ। ਇੱਥੇ ਲੋਕ ਮਰੇ ਹੋਏ ਲੋਕਾਂ ਨੂੰ ਵੀ ਨਹੀਂ ਛੱਡਦੇ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।